ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਤਿੰਦਰਪਾਲ ਸਿੰਘ ਕੋਹਲੀ ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 3 ਰੋਲ 'ਚ ਆਪਣੇ ਪੇਰੋਲ 'ਤੇ ਰੱਖਿਆ ਸੀਗਾ, ਜਿਹਦੇ ਵਿੱਚ ਆਡੀਟਰ ਡੇਲੀ ਜੋ ਟ੍ਰਾਂਜੈਕਸ਼ਨਸ ਹੁੰਦੀਆਂ ਉਹਦਾ ਹਿਸਾਬ ਰੱਖਣ ਵਾਸਤੇ SGPC ਨੇ ਉਹਨੂੰ ਅਹੁਦਾ ਦਿੱਤਾ ਸੀ, ਜਿਹਦੇ ਵਿੱਚ ਤਕਰੀਬਨ ਅੱਜ ਗਿਣਤੀ 'ਚ 7 ਤੋਂ 10 ਕਰੋੜ ਰੁਪਏ ਉਹਨੂੰ ਪੇਮੈਂਟ ਦਿੱਤੀ ਹੈ। ਉਹਦੀ ਨੈਗਲੀਜੈਂਸ, ਮੈਲਫੀਸੀਐਂਸ ਅਤੇ ਜਿਹੜਾ ਉਹਦਾ ਪ੍ਰੋਫੈਸ਼ਨਲ ਕੋਡ ਹੈ ਬਤੌਰ ਚਾਰਟਰਡ ਅਕਾਊਂਟੈਂਟ, ਉਹਦੇ ਬਰਖਲਾਫ ਅਸੀਂ ਉਹਨੂੰ ਇੱਕ ਸਰ ਸਿਮਰਨਜੀਤ ਸਿੰਘ ਮਾਨ ਵੱਲੋਂ ਨੋਟਿਸ ਜਾਰੀ ਕੀਤਾ ਹੈ, ਜਿਹਦੇ ਵਿੱਚ ਉਹਦੀਆਂ ਜ਼ਿੰਮੇਵਾਰੀਆਂ ਅਤੇ ਉਹਦੇ ਕਾਰਜਕਾਰੀ ਦੀ ਘਾਟ ਲਿਖ ਕੇ ਅਸੀਂ ਮੰਗ ਰੱਖੀ ਹੈ ਕਿ ਉਹ ਸਾਨੂੰ ਦੱਸੇ ਕਿ ਕਿਉਂ ਨਾ ਅਸੀਂ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ 'ਚ ਉਹਦਾ ਚਾਰਟਰਡ ਅਕਾਊਂਟੈਂਸੀ ਦਾ ਜਿਹੜਾ ਉਹਨੂੰ ਖਿਤਾਬ ਮਿਲਿਆ ਉਹ ਰੱਦ ਕਰਨ ਨੂੰ ਕਿਉਂ ਨਾ ਮੂਵ ਕਰੀਏ। 328 ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇਸ ਦਰਮਿਆਨ ਸਟਾਕ ਰਜਿਸਟਰਾਂ 'ਚੋਂ, ਛਪਾਈ ਰਜਿਸਟਰਾਂ 'ਚੋਂ ਅਤੇ ਜਿਹੜੇ ਟਰਾਂਸਪੋਰਟ ਹੋਣੇ ਆ, ਪੜਤਾਲ ਹੋਣੇ ਆ, ਕਿਹਨੂੰ ਦਿੱਤਾ ਉਹਦੇ ਦੇ ਵੇਰਵੇ ਤੋਂ ਬਿਨਾਂ ਅੱਜ ਸਾਡੇ ਪ੍ਰਿੰਟਿੰਗ ਪ੍ਰੈਸ ਤੋਂ ਗਾਇਬ ਹਨ। ਇਹ ਕਿਸ ਹਾਲਾਤ 'ਚ ਹਨ, ਕਿਸ ਸਥਿਤੀ 'ਚ ਹਨ, ਕਿਸੇ ਨੂੰ ਕੋਈ ਪਤਾ ਨਹੀਂ। SGPC ਨੇ ਜਿਹੜੀ ਪੜਤਾਲ ਕੀਤੀ ਹੈ ਉਹਦੇ ਵਿੱਚ ਸਾਰਿਆਂ ਨੂੰ ਮਾਫੀ ਬਖਸ਼ ਕੇ ਕਿਸੇ ਦੇ ਉੱਤੇ ਕ੍ਰਿਮੀਨਲ ਕੇਸ ਨਹੀਂ ਪਾਇਆ, ਕਿਸੇ ਨੂੰ ਮਜਬੂਰ ਨਹੀਂ ਕੀਤਾ ਦੱਸਣ ਨੂੰ ਕਿ ਕਿਹਨੂੰ ਫੜਾਏ, ਕਿੱਥੇ ਗਏ, ਕਿੱਥੇ ਵੱਸਦੇ ਆ ਗੁਰੂ ਸਾਹਿਬ। ਅੱਜ ਸਥਿਤੀ ਇਹ ਬਣੀ ਹੋਈ ਹੈ ਕਿ ਗੁਰੂ ਸਾਹਿਬ ਕਿਸੇ ਦੇ ਵੀ ਹੱਥ 'ਚ ਹੋ ਸਕਦੇ ਆ। ਪਿਛਲੇ ਸਮੇਂ 'ਚ ਅਸੀਂ ਦੇਖਿਆ ਬਰਗਾੜੀ ਦੇ ਵਿੱਚ ਜਿੱਥੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਪਾੜਿਆ ਗਿਆ, ਤੋੜਿਆ ਗਿਆ, ਅਗਨ ਭੇਟ ਕੀਤਾ ਗਿਆ, ਗੰਦੇ ਨਾਲੀਆਂ 'ਚ ਸੁੱਟਿਆ ਗਿਆ, ਉਹਦੇ ਨਤੀਜੇ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖਤਾ ਹੈਗਾ। ਅੱਜ ਕਿਸੇ ਨੂੰ ਨਹੀਂ ਪਤਾ ਗੁਰੂ ਸਾਹਿਬ ਕਿੱਥੇ ਹੈ ਅਤੇ ਉਹਨਾਂ ਨਾਲ ਕੀ ਵਰਤਾਵ ਹੋ ਰਿਹਾ। ਔਰ ਇਹ ਜਿਹੜਾ ਆਡੀਟਰ ਸੀ ਇਹਦੀ ਮੁੱਖ ਕੰਮ ਸੀਗਾ ਕਿ ਇਹ ਉਸ ਚੀਜ਼ ਦਾ ਧਿਆਨ ਕਰੇ ਔਰ ਰੱਖੇ। ਸੋ ਇਹ ਜਿਹੜੀ ਅਸੀਂ ਚਿੱਠੀ ਅੱਜ ਜਾਰੀ ਕੀਤੀ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ, ਇਹ ਸਰ ਕੁਸ਼ਲਪਾਲ ਸਿੰਘ ਮਾਨ ਅਤੇ ਸਰ ਸਿਮਰਨਜੀਤ ਸਿੰਘ ਐਡਵੋਕੇਟ ਸਾਹਿਬ ਨੇ ਇਹ ਤਿਆਰ ਕੀਤੀ ਹੈ ਅਤੇ ਭੇਜੀ ਹੈ। ਇਹਦੇ ਜਿਹੜੇ ਫਾਈਨ ਪੁਆਇੰਟ ਅਤੇ ਡਿਟੇਲ ਹੈ ਉਹਨਾਂ ਵਾਸਤੇ ਮੈਂ ਬੇਨਤੀ ਕਰੂੰਗਾ ਸਰ ਕੁਸ਼ਲਪਾਲ ਸਿੰਘ ਜੀ ਉਹ ਆਪ ਜੀ ਨਾਲ ਸੰਪਰਕ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਸਤਿੰਦਰ ਸਿੰਘ ਕੋਹਲੀ ਚਾਰਟਰਡ ਅਕਾਊਂਟੈਂਟ ਦੀ ਫਰਮ ਹੈਗੀ ਹੈ SS ਕੋਹਲੀ ਐਂਡ ਐਸੋਸੀਏਟਸ। ਇਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2010 ਦੇ ਵਿੱਚ ਚਾਰਟਰਡ ਅਕਾਊਂਟੈਂਟ ਅਪੁਆਇੰਟ ਕੀਤਾ ਸੀਗਾ। ਜਨਵਰੀ 2010 'ਚ ਇਹਨਾਂ ਨੂੰ 4 ਕੰਮ ਦਿੱਤੇ ਗਏ ਸੀ। ਉਹਦੇ ਵਿੱਚ ਪਹਿਲਾ ਕੰਮ ਸੀਗਾ ਇੰਟਰਨਲ ਆਡਿਟ, ਪ੍ਰੀ ਐਂਡ ਕਨਕਰੈਂਟ ਔਨ ਡੇਲੀ ਬੇਸਿਸ ਇਨਕਲੂਡਿੰਗ ਸਟੋਰਸ ਆਫ ਆਲ ਲੋਕੇਸ਼ਨਸ। ਭਾਵ ਇਹਨਾਂ ਨੂੰ ਸਟੋਰਸ ਦੇ ਨਾਲ ਹਰ ਜਗ੍ਹਾ ਦੇ ਸਟੋਰਸ ਦੀ ਡੇਲੀ ਬੇਸਿਸ 'ਤੇ ਆਡਿਟ ਕਰਨਾ ਹੈਗਾ। ਸਟੋਰਸ ਦੇ ਵਿੱਚ ਰਾਸ਼ਨ ਤੋਂ ਲੈ ਕੇ ਸਾਰੀਆਂ ਚੀਜ਼ਾਂ ਨੇ, ਔਰ ਜਿਹੜੇ ਜਿੱਥੇ ਗੁਰੂ ਮਹਾਰਾਜ ਛਾਪੇ ਜਾਂਦੇ ਨੇ ਉਹ ਪਬਲੀਕੇਸ਼ਨ ਹਾਊਸ ਵੀ ਉਹਦੇ ਵਿੱਚ ਹੀ ਆਉਂਦਾ ਹੈਗਾ। ਕੰਪਿਊਟਰਾਈਜੇਸ਼ਨ ਆਫ ਅਕਾਊਂਟਸ, ਇੰਪਲੀਮੈਂਟੇਸ਼ਨ ਆਫ ਇੰਟਰਨਲ ਕੰਟਰੋਲ ਸਿਸਟਮ ਅਤੇ ਇੰਪਲੀਮੈਂਟੇਸ਼ਨ ਆਫ ਔਨਲਾਈਨ ਸਿਸਟਮ। ਹੁਣ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਕਮਿਸ਼ਨ ਆਫ ਇਨਕੁਆਇਰੀ ਬਣਾਇਆ ਸੀ ਜਿਹਦਾ ਨਾਮ ਈਸ਼ਰ ਸਿੰਘ ਇਨਕੁਆਇਰੀ ਕਮਿਸ਼ਨ ਹੈਗਾ, ਜਿਹਨੇ ਆਪਣੀ ਰਿਪੋਰਟ 1400 ਪੇਜ ਦੀ ਰਿਪੋਰਟ ਹੈ ਉਹ ਜਥੇਦਾਰ ਅਕਾਲ ਤਖਤ ਨੂੰ ਸਬਮਿਟ ਕੀਤੀ ਸੀ। ਉਹਦੇ ਵਿੱਚ ਉਹਨਾਂ ਨੇ ਰਿਸਪੋਂਸਿਬਿਲਿਟੀਜ਼ ਫਿਕਸ ਕੀਤੀਆਂ ਹੈਗੀਆਂ ਨੇ, ਇੰਡਿਕਟ ਕੀਤਾ ਹੈਗਾ ਆ, ਇੰਪਲੋਈਜ਼ ਨੂੰ ਹਰ ਬੰਦੇ ਦੀ ਜ਼ਿੰਮੇਵਾਰੀ ਫਿਕਸ ਕੀਤੀ ਹੈ। ਉਹਨਾਂ ਦੇ ਜਿਹੜੀ ਰਿਪੋਰਟ ਦੇ ਵਿੱਚ ਉਹਨਾਂ ਨੇ ਇਹ 245 ਨੰਬਰ ਪੇਜ ਤੋਂ 272 ਨੰਬਰ ਪੇਜ ਤੱਕ ਜਿਹੜੀ ਈਸ਼ਰ ਸਿੰਘ ਕਮਿਸ਼ਨ ਇਨਕੁਆਇਰੀ ਰਿਪੋਰਟ ਹੈ ਉਹ ਸਤਿੰਦਰ ਸਿੰਘ ਕੋਹਲੀ ਦੀ ਜ਼ਿੰਮੇਵਾਰੀ ਫਿਕਸ ਕਰਦੀ ਹੈਗੀ ਹੈ।
ਉਹਦੇ ਵਿੱਚ ਜਦੋਂ ਪੜਤਾਲ ਹੋ ਰਹੀ ਸੀਗੀ ਤੇ ਇਹਨਾਂ ਨੂੰ ਇੰਟੈਰੋਗੇਟ ਕੀਤਾ ਗਿਆ ਈਸ਼ਰ ਸਿੰਘ ਕਮਿਸ਼ਨ ਤੋਂ, ਤੇ ਉਹਦੇ ਵਿੱਚ ਇਹਨਾਂ ਨੇ ਕਈ ਗੱਲਾਂ ਮੰਨੀਆਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਹਨਾਂ ਨੂੰ ਟੋਟਲ ਜੋ ਕਮਿਸ਼ਨ ਇਨਕੁਆਇਰੀ ਰਿਪੋਰਟ ਦੇ ਮੁਤਾਬਕ 2012 ਤੱਕ ਦੇ ਫਿਗਰਸ ਹੈਗੀਆਂ ਨੇ, ਉਹਦੇ ਮੁਤਾਬਕ ਜੇ ਚੱਲੀਏ ਸਨ 2010 ਤੋਂ ਲੈ ਕੇ 2020 ਤੱਕ 7 ਕਰੋੜ ਤੋਂ ਉੱਤੇ ਦੀ ਪੇਮੈਂਟ ਸਤਿੰਦਰ ਸਿੰਘ ਕੋਹਲੀ ਐਂਡ ਐਸੋਸੀਏਟਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਹੈਗੀ ਹੈ। ਇਹਨਾਂ ਦੇ ਜਿਹੜੇ ਮੁੱਖ ਉਹ ਸੀਗਾ, ਸਭ ਤੋਂ ਪਹਿਲਾਂ ਕਿ ਕੰਟਰੈਕਟ ਦੇ ਵਿੱਚ ਸੀਗਾ ਕਿ ਉਸਤਾਦ ਸਤਿੰਦਰ ਸਿੰਘ ਕੋਹਲੀ ਨੇ ਅੰਮ੍ਰਿਤਸਰ ਸਾਹਿਬ 2 ਤੋਂ 3 ਦਿਨ ਹਫ਼ਤੇ 'ਚ ਲਗਾਉਣੇ ਹੈਗੇ ਨੇ। ਸੋ ਇਹ ਕਦੀ ਨਹੀਂ ਲਗਾਏ ਇਹਨਾਂ ਨੇ। ਇਹ ਕਮਿਸ਼ਨ ਰਿਪੋਰਟ ਨੇ ਦੇ ਵਿੱਚ ਇਹਨਾਂ ਨੇ ਮੰਨਿਆ ਹੈਗਾ ਦੈਟ ਫਿਜ਼ੀਕਲ ਆਡਿਟ ਤੋਂ ਭਾਵ ਹੈਗਾ ਜਾ ਕੇ ਉੱਥੇ ਦੇਖਣਾ ਵੀ ਜਿਹੜਾ ਕਿਤਾਬਾਂ 'ਚ ਲਿਖਿਆ ਹੋਇਆ ਸਮਾਨ ਪਿਆ ਹੈਗਾ ਕਿ ਨਹੀਂ ਹੈਗਾ, ਉਹ ਉਹਨੂੰ ਕਿਹਾ ਜਾਂਦਾ ਫਿਜ਼ੀਕਲ ਆਡਿਟ ਆਫ ਦ ਸਟਾਕ। ਵੀ ਉਹ ਜਿਹੜਾ ਜੇ ਮੰਨਦੇ ਨੇ ਵੀ ਜੇ ਇਹਦੇ ਕੋਲੇ ਸਾਡੇ ਕੋਲੇ 25 ਚੀਜ਼ਾਂ ਪਈਆਂ ਨੇ, ਉਹ 25 ਹੈ ਨੇ ਕਿ ਨਹੀਂ ਹੈ, ਉਹ ਕੋਹਲੀ ਸਾਹਿਬ ਨੇ ਮੰਨਿਆ ਹੈਗਾ ਕਮਿਸ਼ਨ ਆਫ ਇਨਕੁਆਇਰੀ ਕੋਲੇ ਵੀ ਅਸੀਂ ਕਦੀ ਨਹੀਂ ਕੀਤਾ ਹੈਗਾ, ਜਿਹੜਾ ਸਭ ਤੋਂ ਪਹਿਲਾ ਕੰਮ ਸੀਗਾ। ਔਰ ਜਿਹੜੀ ਪਬਲੀਕੇਸ਼ਨ ਹਾਊਸ ਹੈ ਗੁਰੂ ਮਹਾਰਾਜ ਦੇ ਸਰੂਪ ਨੇ, ਉਹਨਾਂ ਦਾ ਕਦੀ ਆਡਿਟ ਨਹੀਂ ਹੋਇਆ ਵੀ ਉੱਥੇ ਕਿੰਨੇ ਸਰੂਪ ਹੈਗੇ, ਕਿੰਨੇ ਆਏ ਕਿੰਨੇ ਨਹੀਂ ਹੋਇਆ। ਤੀਸਰੀ ਗੱਲ ਇਹਨਾਂ ਨੇ ਮੰਨੀ ਹੈਗੀ ਹੈ ਕਮਿਸ਼ਨ ਦੇ ਕੋਲੇ ਦੈਟ ਇਹਨਾਂ ਦਾ ਇੱਕ EMPLOYEE ਸੀਗਾ, ਉਹਨੂੰ ਪਤਾ ਸੀਗਾ ਵੀ ਜਿਹੜਾ ਰਜਿਸਟਰ ਦੇ ਵਿੱਚ ਐਂਟਰੀਆਂ ਨੇ ਜਦੋਂ ਮਹਾਰਾਜ ਦਾ ਸਰੂਪ ਲਿਜਾਇਆ ਜਾਂਦਾ ਹੈ ਤੇ ਲਿਆਇਆ ਜਾਂਦਾ ਹੈਗਾ, ਉਹਦੇ ਜਿਹੜੇ ਬਿੱਲ ਔਰ ਰਸੀਦਾਂ ਕੱਟੀਆਂ ਜਾਂਦੀਆਂ ਨੇ ਉਹ ਅੱਗੇ ਪਿੱਛੇ ਕੱਟੀਆਂ ਜਾਂਦੀਆਂ ਨੇ, ਜਦੋਂ ਮਹਾਰਾਜ ਜਾਂਦੇ ਨੇ ਸਰੂਪ ਲਿਜਾਇਆ ਜਾਂਦਾ ਉਦੋਂ ਨਹੀਂ ਕੱਟੀਆਂ ਜਾਂਦੀਆਂ। ਫਿਰ ਇਹਨਾਂ ਨੇ ਮੰਨਿਆ ਵੀ ਜਿਹੜਾ ਕੰਪਿਊਟਰਾਈਜੇਸ਼ਨ ਆਫ ਅਕਾਊਂਟਸ ਦਾ ਕੰਮ ਸੀਗਾ ਉਹ 10 ਸਾਲਾਂ 'ਚ ਇਹਨਾਂ ਨੇ ਨਹੀਂ ਕੀਤਾ। ਤੀਜਾ ਜਿਹੜਾ ਸਟਾਕ ਆਡਿਟ ਹੈਗਾ ਆ, ਉਹਦੇ 'ਚ ਜਿਹੜੀਆਂ ਇਹਨਾਂ ਨੇ ਐਂਟਰੀਆਂ ਚੁੱਕੀਆਂ ਵੀ ਆਹ ਚੀਜ਼ ਇਹਨੇ ਉਹ ਪੈਨਸਲ ਨਾਲ ਭਰੀਆਂ ਹੋਈਆਂ, ਪੈਨ ਨਾਲ ਨਹੀਂ ਕੀਤਾ ਹੋਇਆ, ਉਹ ਪੈਨਸਲ ਦੀਆਂ ਐਂਟਰੀਆਂ ਜਦੋਂ ਮਰਜ਼ੀ ਕੋਈ ਇਰੇਜ਼ ਕਰ ਲਏ। ਸੋ ਇਹ ਪੈਨਸਲ ਦੀਆਂ ਐਂਟਰੀਆਂ ਦੇ ਉੱਤੇ ਇਹਨਾਂ ਨੇ ਕਿਤਾਬਾਂ ਫਾਈਨਲ ਕੀਤੀਆਂ ਹੈਗੀਆਂ। ਸਟਾਕ ਦੇ ਵਿੱਚ ਇੱਕ ਅਕਾਊਂਟਿੰਗ ਦੇ ਵਿੱਚ ਇੱਕ ਖਾਤਾ ਹੁੰਦਾ ਸਸਪੈਂਸ ਇਸ ਕਰਕੇ ਬਣਾਇਆ ਜਾਂਦਾ, ਤੁਸੀਂ ਮੈਨੂੰ ਪੈਸੇ ਦਿੱਤੇ, ਮੈਨੂੰ ਯਾਦ ਨਹੀਂ ਕਿੰਨੇ ਪੈਸੇ ਦਿੱਤੇ ਨੇ, ਜਿਹਨੂੰ ਸਸਪੈਂਸ 'ਚ ਰੱਖ ਲੈਂਦੇ ਜਦ ਤੱਕ ਪਤਾ ਨਹੀਂ ਲੱਗਦਾ। ਸ਼੍ਰੋਮਣੀ ਕਮੇਟੀ ਦੇ ਅਕਾਊਂਟਸ ਦੇ ਵਿੱਚ ਇੱਕ ਕਮਿਸ਼ਨ ਦੇ ਕੋਲ ਕਹਿੰਦੇ ਮੰਨੇ ਨੇ ਭਈ ਇੱਕ ਸਟਾਕ ਸਸਪੈਂਸ ਹੈ, ਵੀ ਪਤਾ ਹੀ ਨਹੀਂ ਇਹ ਕੀ ਚੀਜ਼ ਹੈ। ਔਰ ਇਹ ਗੱਲ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕਹਿ ਰਿਹਾ, ਦੂਜਾ ਇਹਨਾਂ ਨੇ ਜਿਹੜਾ ਐਕਚੁਅਲ ਸਟਾਕ ਹੈ ਉੱਥੇ ਇੱਕ ਸਰਦਾਰ ਨਿਸ਼ਾਂਤ ਸਿੰਘ ਨੇ, ਉਹਨਾਂ ਨੇ ਐਕਚੁਅਲ ਸਟਾਕ ਵੈਰੀਫਾਈ ਕੀਤਾ, ਇਹਨਾਂ ਨੂੰ ਦੱਸਿਆ ਵੀ ਆਹ ਐਕਚੁਅਲ ਸਟਾਕ ਹੈ, ਉਹ ਨਹੀਂ ਫਿਗਰ ਲਈ, ਉਹ ਜਿਹੜੀ ਪੈਨਸਲ ਨਾਲ ਲੈਜਰ 'ਤੇ ਭਰੀਆਂ ਹੋਈਆਂ ਸੀਗੀਆਂ ਉਹ ਫਿਗਰਾਂ ਲਈਆਂ। ਮਹਾਰਾਜ ਜਦੋਂ ਅਗਨ ਭੇਟ ਹੋਏ ਨੇ, ਜਦੋਂ ਉੱਥੇ ਅੱਗ ਲੱਗੀ ਹੈ, ਉਹਦੇ 'ਚ ਸਾਰੀ ਦੁਨੀਆ ਨੂੰ ਪਤਾ ਹੈ, ਇਹਨਾਂ ਨੂੰ ਵੀ ਪਤਾ ਹੈ, ਆਡੀਟਰ ਸੀਗੇ ਵੀ ਗੁਰੂ ਮਹਾਰਾਜ ਦੇ ਸਰੂਪ ਉਹਦੇ 'ਚ ਅਗਨ ਭੇਟ ਹੋ ਗਏ। ਉਹ ਜਿੰਨਾ ਸਟਾਕ ਸੀਗਾ ਉਹ ਘਟਣੇ ਚਾਹੀਦੇ ਸੀਗੇ, ਉਹਨਾਂ ਨੂੰ ਰਾਈਟ ਆਫ ਕਿਹਾ ਜਾਂਦਾ ਅਕਾਊਂਟਿੰਗ ਲੈਂਗੁਏਜ ਦੇ ਵਿੱਚ, ਉਹ ਰਾਈਟ ਆਫ ਹੋਣੇ ਚਾਹੀਦੇ ਸੀਗੇ, ਉਹ 2020 ਤੱਕ ਰਾਈਟ ਆਫ ਨਹੀਂ ਹੋਏ। ਅਤੇ ਇਹ ਆਡਿਟ ਰਿਪੋਰਟਾਂ ਇਹ ਸਾਈਨ ਕਰੀ ਗਏ ਨੇ। ਸੋ ਇਹਦੇ ਵਿੱਚ ਇਹ ਹੈਗਾ ਵੀ ਇਹਨਾਂ ਨੇ ਜਿਹੜੀਆਂ ਆਡਿਟ ਰਿਪੋਰਟਸ ਆਪਦੀਆਂ ਸਬਮਿਟ ਕੀਤੀਆਂ, ਜਿਹੜਾ ਚਾਰਟਰ ਹੈਗਾ ਆ ਅਕਾਊਂਟਿੰਗ ਸਟੈਂਡਰਡਸ ਕਿਸੇ ਵੀ ਮੁਲਕ ਦੇ, ਇੰਡੀਆ ਦੇ, ਗਲੋਬਲੀ, ਉਹ ਜਦੋਂ ਚਾਰਟਰਡ ਅਕਾਊਂਟੈਂਟ ਵੈਰੀਫਾਈ ਕਰ ਦਿੰਦਾ ਦੈਟ ਇਜ਼ ਉਹਨੂੰ ਸੱਚ ਮੰਨਿਆ ਜਾਂਦਾ ਵੀ ਇਹੀ ਸੱਚ ਹੈ। ਇਟ ਇਜ਼ ਨਥਿੰਗ ਬਟ ਦ ਟਰੁੱਥ ਐਂਡ ਟਰੁੱਥ। ਬਟ ਇਹਦੇ ਵਿੱਚ ਜਿਹੜੀ ਰਿਪੋਰਟ ਆਈ ਹੈ ਵੀ ਜਿੰਨੀਆਂ ਰਿਪੋਰਟਾਂ ਬਣਾਉਂਦੇ ਰਹੇ ਨੇ ਪਿਛਲੇ 10 ਸਾਲ ਤੋਂ, ਉਹ ਇਹ ਮੰਨੇ ਨੇ ਵੀ ਅਸੀਂ ਇਹ ਕੰਮ ਨਹੀਂ ਕੀਤਾ, ਰਿਪੋਰਟਾਂ ਪੈਨਸਲ ਵਾਲਾ ਵੀ ਗਲਤ, ਆ ਵੀ ਗਲਤ, ਆ ਵੀ ਗਲਤ, ਆ ਵੀ ਗਲਤ, ਇਹ ਗਲਤ ਝੂਠੀਆਂ ਆਡਿਟ ਰਿਪੋਰਟਾਂ ਸਾਈਨ ਕਰਦੇ ਰਹੇ ਨੇ 10 ਸਾਲਾਂ ਤੋਂ। ਜੇ ਇਹਨਾਂ ਨੂੰ 4 ਕੰਮ ਦਿੱਤੇ ਗਏ ਸੀਗੇ, ਉਹ 4 'ਚੋਂ ਇਹ ਮੰਨੇ ਨੇ ਇਹਦੇ ਵਿੱਚ ਇਨਕੁਆਇਰੀ ਕਮਿਸ਼ਨ ਰਿਪੋਰਟ 'ਚ ਕਿ ਇਹਨਾਂ ਨੇ ਅੱਧਾ ਕੰਮ ਕੀਤਾ ਹੈਗਾ। ਅਤੇ ਅੱਜ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਉਹਨਾਂ ਨੇ ਇਹਨਾਂ ਨੂੰ ਇੱਕ ਨੋਟਿਸ ਭੇਜਿਆ ਹੈਗਾ, ਜਿਹਦੇ ਵਿੱਚ ਇਹਨਾਂ ਨੂੰ 2 ਗੱਲਾਂ ਪੁੱਛੀਆਂ ਗਈਆਂ ਨੇ ਵੀ ਤੁਸੀਂ ਸਾਨੂੰ 15 ਦਿਨ ਦੇ ਵਿੱਚ ਦੱਸੋ ਵੀ ਤੁਹਾਡੇ ਤੋਂ ਰਿਕਵਰੀ ਕਿਉਂ ਨਾ ਕੀਤੀ ਜਾਵੇ, ਜਿਹੜਾ ਤੁਸੀਂ ਇੰਨਾ ਪੈਸਾ ਲੈ ਚੁੱਕੇ ਹੋ ਇੰਨੇ ਸਾਲਾਂ ਤੋਂ। ਦੂਸਰਾ ਵੀ ਤੁਸੀਂ ਇਹ ਜੋ ਕੀਤਾ ਹੈਗਾ, ਇਹ ਜਿਹੜੀ ਵਾਇਲੇਸ਼ਨ ਹੈਗੀ ਹੈ ਅਕਾਊਂਟਿੰਗ ਸਟੈਂਡਰਡਸ ਦੀ,
ਤੇ ਤੁਹਾਨੂੰ ਅਸੀਂ ਫਿਰ ਇੰਸਟੀਚਿਊਟ ਆਫ ਚਾਰਟਰਡ ਅਕਾਊਂਟਸ ਆਫ ਇੰਡੀਆ ਤੇ ਹੀ ਜਿਹੜੇ ਮੈਂਬਰਸ ਕਿਹਾ ਜਾਂਦਾ ਇਹਨਾਂ ਨੂੰ, ਜਿੰਨੇ ਸੀਏਜ਼ ਨੇ ਨਾ, ਇਹ ਉਸ ਇੰਸਟੀਚਿਊਟ ਦੇ ਮੈਂਬਰਸ ਨੇ। ਤਾਂ ਟੈਕਨੀਕਲ ਟਰਮ ਹੈਗੀ ਹੈ ਡੀ ਰਜਿਸਟ੍ਰੇਸ਼ਨ ਆਫ ਮੈਂਬਰਸ਼ਿਪ। ਫਿਰ ਅਸੀਂ ਵੀ 15 ਦਿਨ ਦੇ ਅੰਦਰ ਜਵਾਬ ਦਿਓ, ਨਹੀਂ ਤਾਂ ਅਸੀਂ ਤੁਹਾਨੂੰ ਡੀ ਰਜਿਸਟ੍ਰੇਸ਼ਨ ਆਫ ਮੈਂਬਰਸ਼ਿਪ ਲਈ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਨੂੰ ਮੂਵ ਕਰਾਂਗੇ, ਕਿਉਂਕਿ ਤੁਸੀਂ ਝੂਠੀਆਂ ਰਿਪੋਰਟਾਂ ਬਣਾਈਆਂ ਨੇ। ਔਰ ਉਹ ਐਡਮਿਟ ਕਰ ਚੁੱਕੇ ਨੇ ਇਹ ਈਸ਼ਰ ਸਿੰਘ ਕਮਿਸ਼ਨ ਰਿਪੋਰਟ 'ਚ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਕਹੀਆਂ ਨੇ। ਜੇ ਇੱਕ ਪਰਿਵਾਰ ਦਾ ਕਹਿੰਦੇ ਵੀ ਕਬਜ਼ਾ ਹੈਗਾ ਉੱਥੇ, ਤੇ ਕਿਸ ਦੇ ਕਹਿਣ ਉੱਤੇ ਵੀ ਸੀਏ ਨੇ ਬਣਾਈਆਂ ਹੋਣਗੀਆਂ? ਤੁਸੀਂ ਖੁਦ ਕਹਿ ਰਹੇ ਹੋ ਵੀ ਝੂਠੀਆਂ ਰਿਪੋਰਟਾਂ। ਮੈਂ ਨਹੀਂ ਕਹਿ ਰਿਹਾ ਜੀ, ਕੋਹਲੀ ਸਾਹਿਬ ਕਹਿ ਰਹੇ ਨੇ, ਆਪ ਕਹਿ ਰਹੇ, ਮੈਂ ਨਹੀਂ ਕੁਝ ਕਹਿ ਰਿਹਾ। ਇਹ ਮੰਨੇ ਹੋਏ ਨੇ ਇਹਦੇ 'ਚ। ਕਿਸ ਦਾ ਦਬਾਅ ਹੋ ਸਕਦਾ, ਕਿਸ ਦਾ ਦਬਾਅ ਕੰਮ? ਪਤਾ ਨਹੀਂ ਜੀ ਇਹ ਕਿਹਦਾ ਦਬਾਅ ਜਿਹਦਾ ਮਰਜ਼ੀ ਹੋਵੇ। ਇਹ ਤਾਂ ਅਸੀਂ ਪ੍ਰੋਫੈਸ਼ਨਲ ਮਿਸਕੰਡਕਟ ਹੈ। ਤੁਸੀਂ ਚਾਰਟਰਡ ਅਕਾਊਂਟੈਂਟ ਹੋ, ਤੁਸੀਂ ਆਪਣੇ ਜਿਹੜਾ ਤੁਹਾਡਾ ਕਿੱਤਾ ਹੈ, ਜਿਹੜੀ ਤੁਹਾਡੀ ਰੋਜ਼ੀ ਰੋਟੀ ਜਿੱਥੋਂ ਚੱਲਦੀ ਹੈ, ਤੁਸੀਂ ਅੱਜ ਡਾਕਟਰ ਹੈ, ਉਹ ਬੰਦਿਆਂ ਨੂੰ ਮਾਰਨ ਥੋੜ੍ਹਾ ਲੱਗ ਜੂਗਾ, ਫਿਰ ਉਹ ਡਾਕਟਰ ਥੋੜ੍ਹਾ ਰਹਿ ਗਿਆ। ਜੇ ਚਾਰਟਰਡ ਅਕਾਊਂਟੈਂਟ ਇਹੋ ਜਿਹੀਆਂ ਝੂਠੀਆਂ ਰਿਪੋਰਟਾਂ ਸਾਈਨ ਕਰਨ ਲੱਗ ਗਿਆ ਤੇ ਫਿਰ ਉਹ ਚਾਰਟਰਡ ਅਕਾਊਂਟੈਂਟ, ਫਿਰ ਤੁਸੀਂ ਕੋਈ ਰਿਪੋਰਟ ਹਿੰਦੁਸਤਾਨ ਜੇ ਰਿਜ਼ਰਵ ਬੈਂਕ ਆਫ ਇੰਡੀਆ ਹੈਗਾ, ਮਿਨਿਸਟਰੀ ਆਫ ਫਾਈਨੈਂਸ ਹੈਗੀ ਹੈ, ਵਰਲਡ ਬੈਂਕ ਹੈਗਾ, ਇਹ ਕਿਹਦੇ 'ਤੇ ਫੰਕਸ਼ਨ ਕਰਦੇ ਨੇ? ਇਹ ਜਿਹੜੇ ਚਾਰਟਰਡ ਅਕਾਊਂਟੈਂਟਸ ਨੇ ਦੁਨੀਆ ਦੇ ਵਿੱਚ, ਉਹਨਾਂ ਦੀਆਂ ਆਡਿਟ ਰਿਪੋਰਟਸ 'ਤੇ ਕਰਦੇ ਨੇ। ਸਾਡਾ ਹਾਲ ਦੇਖੋ ਕਿੰਨੀ ਮਤਲਬ ਤਰਾਸਦੀ ਹੈ ਕਿ ਜਿਹੜੀ ਸਾਡੀ ਸਭ ਤੋਂ ਸਿਰਮੌਰ ਸੰਸਥਾ ਹੈ, ਉਹਦਾ ਚਾਰਟਰਡ ਅਕਾਊਂਟੈਂਟ ਝੂਠੀਆਂ ਰਿਪੋਰਟਾਂ ਸਾਈਨ ਕਰੀ ਜਾ ਰਿਹਾ, ਤੇ ਇਸ ਕੌਮ ਦਾ ਬਣੇਗਾ ਕੀ? ਐਂਡ ਇਹ ਇਸ ਬੰਦੇ ਨੂੰ ਜਿਹਨੇ ਵੀ ਇਸ ਸਿਸਟਮ ਨੂੰ ਕਰਪਟ ਕਰ, ਸਭ ਤੋਂ ਵੱਡਾ ਇਨਫਲੂਐਂਸ ਇਹ ਹੈ, ਕਿਉਂਕਿ ਜੋ ਮਰਜ਼ੀ ਕਰੀ ਜਾ, ਮੁੜ ਕੇ ਇਹਨਾਂ ਨੇ ਦਖਸ਼ਤ ਕਰ ਦੇਣੇ ਹੈਗੇ ਨੇ। ਹੁਣ ਤੁਸੀਂ ਅੱਗੇ ਜਿਸ ਤੱਕ ਪਾਉਣ ਦਾ ਟਾਈਮ ਦਿੱਤਾ ਹੈ, ਫਿਰ ਮੈਂਬਰਸ਼ਿਪ ਦੀ ਵੀ ਗੱਲ ਕਰ ਰਹੇ ਵੀ ਉੱਧਰ ਵੀ ਉਸ ਪਾਸੇ ਵੀ ਲਿਖੋਗੇ, ਕਿੰਨਾ ਕੁ ਘਪਲਾ, ਕਿੰਨੇ ਕਰੋੜਾਂ ਦੇ ਤੱਕ ਘਪਲਾ ਹੋ ਸਕਦਾ ਹੈ? ਅਸੀਂ ਤਾਂ ਜੀ ਐਸਟੀਮੇਟ ਸਿਰਫ ਅੱਜ ਮਹਾਰਾਜ ਦੇ ਸਰੂਪਾਂ ਦੀ ਗੱਲ ਕਰ ਰਹੇ ਹਾਂ ਜਿਹੜਾ ਐਡਮਿਟਡ ਹੈ। ਅਸੀਂ ਦੁਨਿਆਵੀ ਗੱਲ, ਮਟੀਰੀਅਲਿਸਟਿਕ ਗੱਲ, ਅਗਲੀਆਂ ਗੱਲਾਂ ਨੇ। ਗੱਲ ਹੈ ਵੀ ਜਿਹੜੇ ਮਹਾਰਾਜ ਦੇ ਸਰੂਪ ਗੁੰਮ ਨੇ, ਉਹ ਕਿੱਥੇ ਗਏ? ਇਹਨਾਂ ਮੰਨੇ ਨੇ ਇਸ ਕਮਿਸ਼ਨ ਆਫ ਇਨਕੁਆਇਰੀ ਰਿਪੋਰਟ 'ਚ। ਤੁਸੀਂ ਅੱਜ ਆ ਪੈਨ ਵੀ ਲੈਣ ਜਾਂਦੇ ਹੋ, ਫੋਨ ਲੈਣ ਜਾਂਦੇ ਹੋ, ਜਿਹੜਾ ਤੁਹਾਡਾ ਬਿੱਲ ਹੁੰਦਾ ਹੈ ਉਹਦੇ 'ਤੇ ਸੀਰੀਅਲ ਨੰਬਰ ਪਾਇਆ ਜਾਂਦਾ। ਇਹਦੇ 'ਤੇ ਮੰਨੇ ਨੇ ਵੀ ਅਸੀਂ ਜਿਹੜੇ ਬਿੱਲ ਸੀਗੇ, ਕਿਸੇ 'ਤੇ ਸੀਰੀਅਲ ਨੰਬਰ ਹੀ ਨਹੀਂ ਹੁੰਦਾ ਮਹਾਰਾਜ ਦੇ ਸਰੂਪ ਦਾ। ਅੱਜ ਟਰੇਸ ਕਰਨਾ ਹੋਵੇ, ਟ੍ਰੇਲ ਕਰਨੀ ਹੋਵੇ ਵੀ ਇਹ ਮਹਾਰਾਜ ਦਾ ਸਰੂਪ ਕਿੱਥੇ ਹੈ, ਕਿਸੇ ਨੂੰ ਪਤਾ ਹੀ ਨਹੀਂ। ਮਾਇਆ ਦਾ ਹੋ ਸਕਦਾ ਕਿ ਮਾਇਆ ਲਈ ਗਈ ਹੋਵੇ। ਮਾਇਆ ਬੜੀ ਛੋਟੀ ਗੱਲ ਹੈ। ਅਸੀਂ ਸਿਸਟਮ ਮਾਇਆ ਲਈ ਨਹੀਂ ਲਈ, ਜਿਹੜੇ ਸਰੂਪ ਨੇ ਉਹ ਗਏ ਕਿੱਥੇ? ਇਹ ਨਹੀਂ ਹੈ ਵੀ ਗੁੰਮ ਨੇ, ਉਹ ਲੱਭਣ ਤਾਂ ਸਹੀ ਨਾ। ਦੂਜੀ ਗੱਲ, ਜਿਸ ਇੱਕ ਆਡਿਟ ਸਿਸਟਮ ਬਣਾਇਆ, ਇੱਕ ਟ੍ਰੇਲ ਬਣਾਈ ਹਰ ਚੀਜ਼ ਦੀ, ਉਹੀ ਫੋਲੋ ਨਹੀਂ ਹੋਈ। ਉਹ ਫੋਲੋ ਨਹੀਂ ਹੋਈ, ਇਹਨਾਂ ਨੇ ਸਰਟੀਫਾਈ ਕੀਤਾ ਵੀ ਠੀਕ ਹੈ। ਸੋ ਮਾਇਆ ਬਹੁਤ ਛੋਟੀ ਗੱਲ ਹੈ। ਇਹ ਜਿਹੜਾ ਸਿਸਟਮ ਸ਼੍ਰੋਮਣੀ ਕਮੇਟੀ ਦਾ ਕਰਪਟ ਹੋ ਚੁੱਕਿਆ ਹੈ, ਡਿਫੰਕਟ ਹੋ ਚੁੱਕਿਆ ਹੈ, ਉਹ ਸਭ ਦੇ ਵਿੱਚ ਕੋਹਲੀ ਸਾਹਿਬ ਦਾ ਬਹੁਤ ਵੱਡਾ ਰੋਲ ਹੈ, ਕਿਉਂਕਿ ਇਹੀ ਉਹਨਾਂ ਨੂੰ ਸਰਟੀਫਾਈ ਕਰਦੇ ਰਹੇ ਨੇ ਵੀ ਇਹਨਾਂ ਦੇ ਅਕਾਊਂਟਸ ਠੀਕ ਨੇ। ਇਨਸਾਫ ਲੈਣ ਲਈ ਬਾਅਦ ਹੀ ਧਰਨਾ ਲੱਗਿਆ ਸੀ, ਤੁਹਾਨੂੰ ਯਾਦ ਹੋਣਾ। ਟਾਸਕ ਫੋਰਸ ਨਾਲ ਉਲਝ ਗਏ ਸੀ ਕਿ ਪ੍ਰੋਟੈਸਟ ਹੋ ਸਕਦਾ ਐਸਜੀਪੀਸੀ ਦੇ ਬਾਅਦ। ਅਸੀਂ ਇਸ ਵੇਲੇ ਜਿਹੜਾ ਸਾਡਾ ਮੋਡਸ ਓਪਰੈਂਡੀ ਹੈਗਾ, ਅਸੀਂ ਕੰਮ ਕਰਨ ਦਾ ਤਰੀਕਾ ਹੈਗਾ, ਉਹ ਅਸੀਂ ਜਿਹੜੇ ਸਾਡੇ ਕੋਲ ਲੀਗਲ ਚੈਨਲਸ ਨੇ, ਦੇਖੋ ਉਹ ਅਲੱਗ ਇੱਕ ਪਾਰਟ ਹੈਗਾ, ਉਹ ਅਸੀਂ ਕਰ ਰਹੇ ਹਾਂ। ਬਰਗਾੜੀ ਵੀ ਕਰਾਂਗੇ, ਦਰਬਾਰ ਸਾਹਿਬ ਵੀ ਕਰਾਂਗੇ, ਸਾਰਾ ਕੁਝ ਕਰਾਂਗੇ। ਬਟ ਇਹਦੇ ਵਿੱਚ ਅਸੀਂ ਜਿਹੜੇ ਸਾਡੇ ਕੋਲ ਲੀਗਲ ਆਪਸ਼ਨਸ ਨੇ, ਅੰਡਰ ਲਾਅ ਅਵੇਲੇਬਲ ਨੇ, ਉਹ ਐਕਸਪਲੋਇਟ ਕਰਾਂਗੇ ਔਰ ਇਨਸ਼ੋਰ ਕਰਾਂਗੇ ਵੀ ਅੱਗੋਂ ਕਿਹੜਾ ਕੋਈ ਚਾਰਟਰਡ ਅਕਾਊਂਟੈਂਟ ਹੋਵੇ ਜਾਂ ਜਿਹੜੇ ਲੋਕ ਰਿਸਪੌਂਸਿਬਲ ਹੋਣ, ਉਹ ਹਿੰਮਤ ਨਾ ਕਰ ਸਕਣ। ਕਿਉਂਕਿ ਇਹਦੇ ਨਾਲ ਅਸੀਂ ਅਸ਼ੋਰ ਕਰਾਂਗੇ ਵੀ ਇਹ ਕੋਹਲੀ ਸਾਹਿਬ ਕਿਸੇ ਦੀ ਅੱਜ ਤੋਂ ਬਾਅਦ ਆਡਿਟ ਰਿਪੋਰਟ ਸਾਈਨ ਹੀ ਨਾ ਕਰ ਸਕਣ, ਬਿਕੋਜ਼ ਇਹਨਾਂ ਨੂੰ ਰਿਮੂਵ ਕਰਾਵਾਂਗੇ। ਇਹਦੇ ਨਾਲ ਸੰਬੰਧੀ ਅਸੀਂ ਲਗਾਤਾਰ, ਜਦ ਲੌਂਗੋਵਾਲ ਸਾਹਿਬ ਪ੍ਰਧਾਨ ਸੀਗੇ, ਉਹਨਾਂ ਦੇ ਘਰ ਦੇ ਸਾਹਮਣੇ ਧਰਨਾ ਰੱਖਿਆ ਸੀਗਾ। ਜਦ ਬੀਬੀ ਬੇਗੋਵਾਲ ਤੋਂ ਬਣ ਗਈ ਹੈਗੀ ਹੈ, ਉਹਦੇ ਘਰ ਦੇ ਸਾਹਮਣੇ ਧਰਨਾ ਰੱਖਿਆ। 21 ਜੂਨ ਨੂੰ ਜਦ ਸਿੱਖ ਕੌਮ ਯੋਗਾ ਦੀ ਥਾਂ ਗਟਕਾ ਦਿਵਸ ਮਨਾਉਂਦੀ ਹੈ, ਅਸੀਂ ਬੇਗੋਵਾਲ ਹੀ ਉੱਥੇ ਗਟਕਾ ਦਿਵਸ ਮਨਾਵਾਂਗੇ ਔਰ ਬੀਬੀ ਜਗੀਰ ਕੌਰ ਨੂੰ ਅਸੀਂ ਜਗਾਵਾਂਗੇ ਕਿ ਘਰ 'ਚ ਚੋਰੀ ਹੋ ਗਈ, ਗੁਰੂ ਸਾਹਿਬ ਦੇ ਰਖਵਾਲੀ ਨਹੀਂ ਕੀਤੀ। ਤੇ ਇਹ 21 ਜੂਨ ਨੂੰ ਇਹ ਲਗਾਤਾਰ ਚੱਲਦਾ ਮੋਰਚਾ, ਉੱਥੇ ਅਸੀਂ ਇਹ ਪ੍ਰਧਾਨ ਜਿਹੜੀ ਬਣੀ ਹੋਈ ਹੈ, ਜਿਹਨੂੰ ਵੋਟ 10 ਸਾਲ ਪਹਿਲਾਂ ਪਈ ਹੈ, ਨਾ ਕਿ 5 ਸਾਲ ਪਹਿਲਾਂ, ਉਹਨੂੰ ਅਸੀਂ ਸੁਚੇਤ ਕਰਾਂਗੇ ਕਿ ਇਹ ਘਰ 'ਚ ਚੋਰੀ ਹੈ ਤੇ ਚੋਰਾਂ ਨੂੰ ਤੁਸੀਂ ਫੜ ਨਹੀਂ ਰਹੇ। ਜੇ ਕੋਹਲੀ ਸਾਹਿਬ ਕਿਸੇ ਦਾ ਨਾਮ ਲੈ ਲੈਂਦੇ ਨੇ, ਜੇ ਤੁਸੀਂ ਨੋਟਿਸ ਭੇਜਿਆ
ਨਾਮ ਦਾ ਜ਼ਿਕਰ ਕਰਾਂਗੇ ਮੀਡੀਆ ਸਾਹਮਣੇ ਆ ਕੇ ਕਿ ਅਸੀਂ ਦਬਾਇਆ ਅਸੀਂ ਰਿਪਲਾਈ ਜੇ ਉਹਨਾਂ ਦੀ ਕੋਈ ਆਏਗੀ ਤੁਹਾਨੂੰ ਵੰਡਾਂਗੇ ਕਾਪੀ ਵੀ ਸਾਨੂੰ ਆ ਰਿਪਲਾਈ ਆਈ ਬਿਲਕੁਲ ਜੀ। ਅਸੀਂ ਐਕਸਪੋਜ਼ ਕੀ ਅਸੀਂ ਤਾਂ ਜੋ ਆਇਆ ਟ੍ਰਾਂਸਪੇਰੈਂਟਲੀ ਮੰਨਾਂਗੇ ਔਰ ਉਹ ਕਾਪੀ ਆਫ ਰਿਪਲਾਈ ਤੁਹਾਨੂੰ ਨਹੀਂ ਅਸੀਂ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਨੂੰ ਵੀ ਭੇਜਾਂਗੇ। ਇਹ ਜਥੇਦਾਰ ਸਾਹਿਬ ਨੇ ਜਿਹੜੀ ਕਮੇਟੀ ਬਣਾਈ ਸੀ ਉਹਦਾ ਜਦੋਂ ਇਹ ਫਰੰਟ ਤੇ ਆ ਗਿਆ ਸਾਰਾ ਕੁਝ ਉਹਨਾਂ ਨੇ ਕੀ ਕਿਹਾ ਇਹਦੇ ਬਾਰੇ? ਬੜੇ ਅਫਸੋਸ ਦੀ ਗੱਲ ਹੈ ਕਿ ਚਿੱਠੀਆਂ ਲਿਫਾਫਿਆਂ ਚੋਂ ਨਿਕਲੇ ਹੋਏ ਵਿਅਕਤੀਆਂ ਨੇ ਜਿਹੜੇ ਲਿਫਾਫੇ ਬਣਾਉਣ ਵਾਲੇ ਬੰਦ ਕਰਨ ਵਾਲੇ ਆ ਉਹਨਾਂ ਦੇ ਪੱਖ 'ਚ ਇਹਦੇ ਵਿੱਚ ਕੋਈ ਕ੍ਰਿਮੀਨਲ ਕੇਸ ਨਹੀਂ ਪਾਇਆ, ਕੋਈ ਇਹਦੇ ਉੱਤੇ ਐਕਸ਼ਨ ਨਹੀਂ ਲਿੱਤੀ, ਜਿਹਦੇ ਨਾਲ ਪ੍ਰੈਸ਼ਰ ਤਹਿਤ ਮੁਲਾਜ਼ਮਾਂ ਨੇ ਇਹ ਘਪਲਾ ਕਿਵੇਂ ਹੋਇਆ, ਕਿਹਨੇ ਕੀਤਾ, ਉਹ ਕੇਸ ਬਣਨ। ਇਹਨਾਂ ਨੇ ਇੱਕ ਦੂਜੇ ਦੀਆਂ ਕਰਤੂਤਾਂ ਢੱਕ ਕੇ ਕਿਸੇ ਦੇ ਉੱਤੇ ਕੋਈ ਵੀ ਕੇਸ ਨਹੀਂ ਕੀਤਾ, ਜਦ ਕਿ ਗੁਰੂ ਘਰ ਦਾ ਹੋਰ ਕੋਈ ਕੰਮ ਹੀ ਨਹੀਂ ਸਿਵਾਏ ਗੁਰੂ ਸਾਹਿਬ ਦੀ ਦੇਖ ਰੇਖ, ਉਹਨਾਂ ਦੀ ਬਣਤਰ, ਉਹਨਾਂ ਦੀ ਸਹੀ ਸਲਾਮਤ ਵਸਨੀਕ ਜਿੱਥੇ ਗੁਰੂ ਘਰ 'ਚ ਦਿੰਦੇ ਆ, ਇਹ ਸਾਰਾ ਕੁਝ ਛੱਡ ਕੇ ਇਸ SGPC ਨੇ ਜਥੇਦਾਰ ਉਹਨਾਂ ਦੇ ਕਹਿੰਦੇ ਕਹਾਉਂਦੇ ਨੇ ਇਹਦੇ ਉੱਤੇ ਕੋਈ ਐਕਸ਼ਨ ਨਹੀਂ ਲਿੱਤੀ ਹੈਗੀ, ਕੋਈ ਕੇਸ ਨਹੀਂ ਪਾਏ। ਕੱਲ ਕੋਈ ਵੀ ਇਹੋ ਜਿਹਾ ਕੰਮ ਕਰ ਸਕਦਾ, ਉਹਨੂੰ ਪਤਾ ਹੈ ਕਿ ਮੈਨੂੰ SGPC ਕੁਝ ਵੀ ਨਹੀਂ ਕਰ ਸਕਦੀ। ਇਹਨਾਂ ਨੇ ਡਿਪਾਰਟਮੈਂਟਲ ਐਕਸ਼ਨ ਲੈਣ ਦੀ ਗੱਲ ਕੀਤੀ ਸੀ। ਕੋਈ ਜੋ action ਅਸੀਂ ਨਹੀਂ। ਕੰਮ ਕਰ ਰਹੇ ਹਾਂ ਇਹ ਡਿਪਾਰਟਮੈਂਟਲ ਐਕਸ਼ਨ ਨੇ। ਇਹ ਸਾਨੂੰ ਜੇ ਇਹਨਾਂ ਨੂੰ ਜੇ ਅਸੀਂ ਕਰ ਸਕਦੇ ਸ਼੍ਰੋਮਣੀ ਕਮੇਟੀ ਨੂੰ ਕਰਨੇ ਚਾਹੀਦੇ ਸੀਗੇ, ਇਹ ਨਹੀਂ ਕੀਤੇ। ਇਹਨਾਂ ਨੇ 7 ਕਰੋੜ ਦੀ ਪੇਮੈਂਟ ਕਰਤੀ, 8 ਕਰੋੜ ਦੀ ਪੇਮੈਂਟ ਕਰਤੀ, ਉਹ ਕੰਮ ਨਹੀਂ ਕੀਤਾ, ਅੱਜ ਵੀ ਪੇ ਕਰੀ ਜਾ ਰਹੇ ਨੇ। ਇਹ ਸਾਰਾ ਕੁਝ ਹੋਣ ਦੇ ਬਾਵਜੂਦ ਉਹਨਾਂ ਦੇ ਕੰਟਰੈਕਟ ਐਕਸਟੈਂਡ ਹੋ ਰਹੇ ਨੇ। ਕਿ ਜੇ ਤੁਸੀਂ ਅੱਜ ਸਵਾਲ ਕਰਦੇ ਹੋ SGPC ਨੂੰ, ਕੱਲ ਕੋਈ ਵਿਅਕਤੀ ਸਵਾਲ ਕਰਦਾ ਅਸੀਂ ਹੈ, ਉਹ ਕਹਿੰਦੇ SGPC ਨੇ- ਦੇ ਸਵਾਲ ਜਾਰੀ ਰੱਖੇ ਹੈ, ਪਰ ਅੱਜ ਅਸੀਂ ਪ੍ਰੋਸੀਡਿੰਗਸ ਕਰ ਰਹੇ ਹਾਂ ਸਤਿੰਦਰਪਾਲ ਸਿੰਘ ਕੋਹਲੀ ਦੇ ਬਰਖਲਾਫ, ਜਿਸ ਨੇ ਇੱਕ ਕੁਤਾਹੀ ਗੁਰੂ ਘਰ ਨਾਲ ਕੀਤੀ ਹੈ। ਤੁਸੀਂ ਤੇ ਮੈਂ ਗੁਰੂ ਘਰ ਲਈ ਸੇਵਾ ਕਰਨ ਜਾਂਦੇ ਆ, ਇਹਨੇ ਉੱਥੋਂ ਪੈਸੇ ਲੈ ਕੇ ਕੁਤਾਹੀ ਕੀਤੀ ਹੈ। ਕਿ ਤੁਸੀਂ ਅੱਜ ਜੋ ਸਵਾਲ ਕਰਦੇ ਹੋ SGPC ਨੂੰ, ਕੋਈ ਹੋਰ ਵਿਅਕਤੀ ਕਰਦਾ ਹੈ, ਆਸਥਾ ਦੀ ਗੱਲ ਚੱਲੀ ਜਾਂਦੀ ਹੈ, ਜਿਹਦੇ ਵਿਅਕਤੀ ਸਵਾਲ ਕਰਦੇ ਨੇ। ਨਹੀਂ ਕਿ ਆਸਥਾ ਕਿਵੇਂ, ਅਸੀਂ ਕੋਈ ਸਵਾਲ ਕੋਈ ਗੁਰੂ ਮਹਾਰਾਜ ਦੇ ਖਿਲਾਫ ਤਾਂ ਨਹੀਂ ਕਰ ਰਹੇ। ਆਸਥਾ ਦੀ ਕਿਵੇਂ ਗੱਲ ਹੈ? ਤੁਸੀਂ ਇੱਕ EMPLOYEE ਰੱਖਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਗਿਆਨੀ ਹਰਪ੍ਰੀਤ ਵੀ ਕਦੇ ਨਹੀਂ ਮੇਰੀ ਗੱਲ ਸੁਣ ਲਓ, ਮੈਂ ਇੱਕ ਮਿੰਟ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ SGPC ਦਾ ਹਾਊਸ ਹੈ, ਉਹਦੇ 'ਚ ਸਭ ਤੋਂ ਨੈਕਸਟ ਟੂ ਸੈਕੰਡ ਲਾਰਜੈਸਟ ਗਰੁੱਪ ਹੈਗਾ। ਅਸੀਂ ਆਪੋਜੀਸ਼ਨ 'ਚ ਹੈਗੇ ਹਾਂ। ਅਸੀਂ ਸ਼੍ਰੋਮਣੀ ਕਮੇਟੀ ਨੇ ਜਿਹੜੀ ਅਪਾਇੰਟਮੈਂਟਸ ਕੀਤੀਆਂ ਹੈਗੀਆਂ, ਉਹਦੇ ਖਿਲਾਫ ਜਿਹੜੇ ਕੰਮ ਨਹੀਂ ਹੋਏ, ਉਹਦੇ 'ਚ ਜੋ ਲੀਗਲ ਸਾਡੇ ਕੋਲ ਐਵੇਨਿਊਜ਼ ਅਵੇਲੇਬਲ ਨੇ, ਅਸੀਂ ਉਹ ਫੋਲੋ ਕਰ ਰਹੇ ਹਾਂ। ਇਹਦੇ 'ਚ ਅਸੀਂ ਕਿਸੇ ਦੀ ਆਸਥਾ, ਗੁਰੂ ਮਹਾਰਾਜ ਦੀ ਆਸਥਾ ਕੋਈ ਉਹਦੇ 'ਚ ਨਹੀਂ ਕਰ ਰਹੇ। ਸਿਸਟਮ ਦੇ ਖਿਲਾਫ ਜੋ ਯੈਸ, ਸਿਸਟਮ ਹੈ, ਸਿਸਟਮ ਫੇਲੀਅਰਸ ਜਿਹੜੇ ਨੇ ਉਹਨਾਂ ਨੂੰ ਪੁਆਇੰਟ ਆਊਟ ਕਰਕੇ ਉਹਦੇ 'ਚ ਜੋ ਲੀਗਲੀ ਅਸੀਂ ਕਰ ਸਕਦੇ ਹਾਂ ਉਹ ਕਰਨਾਂਗੇ। ਇਹਦੇ ਬਾਰੇ ਕੋਈ RTI ਵਗੈਰਾ ਕੁਝ ਕਾਰਵਾਈ? RTI ਦੀ ਕੀ ਲੋੜ ਹੈ ਜੀ, ਹਾਂਜੀ, ਜਦੋਂ ਆ ਕਮਿਸ਼ਨ ਰਿਪੋਰਟ ਹੈ। ਇਸ ਦੇ ਬਾਰੇ ਸਰ ਜਸਕਰਨ ਸਿੰਘ ਤੇ ਮੈਂ ਸਕੱਤਰਤ ਜਾ ਕੇ ਉਹਨਾਂ ਤੋਂ ਜਿਹੜੇ ਮਤੇ ਉਹਨਾਂ ਨੇ ਕੋਹਲੀ ਦੇ ਬਰਖਲਾਫ ਪਾਏ ਹੈ ਉਹਦੀ ਮੰਗ ਕੀਤੀ ਹੈ। ਉੱਥੇ ਦੇ ਜਿਹੜੇ ਸੈਕਟਰੀ ਸੀਗੇ ਉਹਨਾਂ ਨੇ ਸਾਨੂੰ ਮਨਾ ਕਰਤਾ, ਧਾਮੀ ਸਾਹਿਬ ਨੇ, ਕਹਿੰਦੇ ਕਿ ਇਹਦੇ ਉੱਤੇ ਬੀਬੀ ਦੇ ਸਿਗਨੇਚਰ ਚਾਹੀਦੇ ਆ। ਉਹ ਸਿਗਨੇਚਰ ਲਈ ਬੀਬੀ ਕੋਲੇ ਗਏ ਹੋਏ ਆ, ਸਾਨੂੰ ਹਜੇ ਕੋਈ ਉਹਦਾ ਜਵਾਬ ਨਹੀਂ ਆਇਆ ਕਿ ਜਿਹੜੇ ਐਗਜ਼ੈਕਟਿਵ ਕਮੇਟੀ ਦੇ ਮਤੇ ਸਤਿੰਦਰਪਾਲ ਸਿੰਘ ਕੋਹਲੀ ਦੇ ਬਰਖਲਾਫ ਪਏ ਆ ਉਹਦੀ ਕਾਪੀ ਸਾਨੂੰ ਦਿੱਤੀ ਜਾਏ। ਇਸ ਤੋਂ ਇਲਾਵਾ ਸਕੱਤਰਤ ਜਾ ਕੇ ਅਸੀਂ ਜਿਹੜੀ ਆ ਰਿਪੋਰਟ ਹੈ ਉਹ ਨੈੱਟ ਤੇ ਚੜਾਉਣ ਦੀ ਮੰਗ ਕੀਤੀ ਸੀ, ਜੋ ਉਹਨਾਂ ਨੇ ਪਾਤੀ ਸੀ, ਪਰ ਪਿਛਲੇ ਦਿਨੀ SGPC ਨੇ ਆਪਣੀ ਵੈਬਸਾਈਟ ਤਬਦੀਲ ਕਰਤੀ ਹੈਗੀ ਹੈ। ਉਹਦੇ ਉੱਤੇ ਅਸੀਂ ਦੇਖਣਾ ਹੈ ਕਿ ਹਜੇ ਇਹ ਰਿਪੋਰਟ ਅਵੇਲੇਬਲ ਹੈਗੀ ਕਿ ਨਹੀਂ, ਔਰ ਅਸੀਂ ਇਹ ਵੀ ਪੜਤਾਲ ਦੀ ਮੰਗ ਕੀਤੀ ਹੈ ਧਾਮੀ ਤੋਂ ਕਿ ਉਹ ਸਾਨੂੰ ਦੱਸੇ ਕਿ ਨਵੇਂ ਵੈਬਸਾਈਟ ਦਾ ਖਰਚਾ ਕਿੰਨਾ ਆਇਆ ਤੇ ਕਾਰਨ ਕੀ ਸੀ ਨਵੀਂ ਵੈਬਸਾਈਟ ਬਣਾਉਣ ਦਾ।